बार बार बीजेपी एलिगेशन ला रही है कि लॉ एंड ऑर्डर पंजाब का बहुत बुरा हाल हो गया। डेली गैंगस्टर पोस्ट पा रहे हैं, अजे तक कोई हमलावर या किसी भी तरह का कोई किंगपिन अरेस्ट नहीं होया। सिद्धू मूसेवाला केस से कई इंसिडेंट हो चुके हैं लॉ एंड ऑर्डर ਨੂੰ ਵੇਖਦੇ ਹੋ। दो गल्लां हैं, पहला इंटेलिजेंस वाला भी अजे कोई अरेस्ट नहीं होया ਕਿਹੜਾ मोहाली आरपीजी अटैक होया। देखो नहीं मैं एक मेरी बेनती सुन लो। पटियाले वाले और मोहाली वाले ਜਿਹੜੇ ਅਕਿਊਜ਼ਡ ਹੈ, ਪ੍ਰਾਈਮ ਅਕਿਊਜ਼ਡ ਅਰੈਸਟ ਹੋ ਚੁੱਕੇ ਹੈ। ਇੱਕ ਗੱਲ ਸੁਣ ਲਓ, ਮੇਰੀ ਗੱਲ ਸੁਣੋ। ਜਿਹੜੇ ਮੇਰੀ ਗੱਲ ਸੁਣੋ ਨਾ, ਬੰਦੇ ਤੇ ਅਰੈਸਟ ਹੋਏ ਆ, ਉਹਦੇ ਨਾਲ ਤਾਰ ਜਿਨ੍ਹਾਂ ਦੇ ਜੁੜੇ ਆ, ਕੁਛ ਗੱਲਾਂ ਤੁਹਾਡੇ ਸਾਹਮਣੇ ਆਪਣੀ ਏਜੰਸੀ ਰੱਖਦੀ ਹੈ, ਕੁਛ ਨਹੀਂ। ਸੁਣ ਲਓ। ਦੂਸਰੀ ਗੱਲ, ਲਾਅ ਐਂਡ ਆਰਡਰ ਨੂੰ ਲੈ ਕੇ ਸਰਕਾਰ ਬੜੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ। ਬੜੀ ਮੰਦਭਾਗੀ ਘਟਨਾ ਹੋਈ ਆ ਜਿਹੜੀ ਸਿੱਧੂ ਮੂਸੇਵਾਲਾ ਸਾਹਿਬ ਨਾਲ ਹੋਈ ਹੈ। लेकिन जे तुसी कह दो, जेडे बीजेपी वाले ये कह रहे हैं भी पंजाब च, एक कल दा प्रिंट अखबार की पूरी एक रिपोर्ट पढ़ लो, हिंदुस्तान च सब तो वध अगर क्राइम की स्थिति खराब है, लॉ एंड ऑर्डर की खराब है, बीजेपी रूल्ड स्टेट च। लेकिन फिर भी ਜਿਹੜੀਆਂ ਮੰਦਭਾਗੀਆਂ ਘਟਨਾ ਹੋਈਆਂ ਉਹਦੇ ਲਈ ਸਰਕਾਰ ਬਹੁਤ ਜ਼ਿਆਦਾ ਪ੍ਰੋ ਜਿਹੜੇ ਐਂਟੀ ਜਿਹੜੇ ਲੋਕ ਹੈ, ਐਂਟੀ ਲਾਅ ਜਿਨ੍ਹਾਂ ਨੇ ਕਾਨੂੰਨ ਨੂੰ ਆਪਣੇ ਹੱਥ 'ਚ ਲਿਆ ਹੈ, ਉਹਨਾਂ ਦੇ ਖਿਲਾਫ ਸਰਕਾਰ ਦੀ ਏਜੰਸੀਆਂ ਕੰਮ ਵੀ ਕਰ ਰਹੀ ਹੈ। ਦੂਜੀ ਗੱਲ, ਆਉਣ ਵਾਲੇ ਟਾਈਮ 'ਚ ਇਹਦੀ ਸਾਰੀ ਸੱਚਾਈ ਜਿਹੜੀ ਕੌਨਸੀਕੁਐਂਸੀ ਹੋਈ ਹੈ, ਜਿਸ ਤਰੀਕੇ ਨਾਲ ਸਾਡੇ ਇਸ ਨੌਜਵਾਨ ਨੂੰ ਮਾਰਿਆ ਗਿਆ, ਉਹ ਵੀ ਲੋਕਾਂ ਦੇ ਸਾਹਮਣੇ। ਇਨਵੈਸਟੀਗੇਸ਼ਨ ਨੂੰ ਲੈ ਕੇ ਕਾਹੀ ਸਾਹਿਬ ਕੀ ਰੋਕ ਹੈ ਸਰਕਾਰ ਨੂੰ? ਕੱਲ ਆਏ ਸੀ ਹੋਮ ਮਿਨਿਸਟਰ, ਉਹਨਾਂ ਦਾ ਕਹਿਣਾ ਕਿ ਅਸੀਂ ਤਿਆਰ ਹੈ ਸੀਬੀਆਈ ਜਾਂ ਐਨਆਈਏ ਦੀ ਜਾਂਚ ਦੇ ਲਈ, ਪਰ ਕਿਉਂਕਿ ਸਟੇਟ ਗਵਰਨਮੈਂਟ ਦਾ ਪ੍ਰੈਰੋਗੇਟਿਵ ਹੈ ਕਿ ਉਹਨਾਂ ਨੇ ਪਰਮਿਸ਼ਨ ਦੇਣੀ ਹੈ, ਤਾਂ ਤੁਸੀਂ ਰਾਜ਼ੀ ਹੋ ਇਹਦੇ ਲਈ ਜਾਂ ਹਾਲੇ ਪੰਜਾਬ ਪੁਲਿਸ ਤੇ ਹੀ ਭਰੋਸਾ ਹੈ ਕਿ ਉਹ ਲੱਗੀ ਰਹੂਗੀ 10 ਦਿਨਾਂ ਚ ਹਾਲੇ ਤੱਕ ਕੁਝ ਨਹੀਂ? ਨਹੀਂ, ਬਹੁਤ ਸਾਰੀ ਚੀਜ਼ਾਂ ਇਹਦੇ 'ਚ ਜਿਹੜੀਆਂ ਕਲੂ ਜਿਹੜੇ ਆ ਆਇਡੈਂਟੀਫਾਈ ਕਰ ਲਿਆ ਪੰਜਾਬ ਪੁਲਿਸ ਨੇ, SIT ਨੇ। ਆਉਣ ਵਾਲੇ ਟਾਈਮ 'ਚ ਵੀ ਇਹ ਚੀਜ਼ਾਂ ਮੀਡੀਆ ਦੇ ਸਾਹਮਣੇ ਵੀ ਰੱਖੀਆਂ ਜਾਣਗੀਆਂ, ਲੇਕਿਨ ਤੁਹਾਨੂੰ ਪਤਾ ਇਹ ਸਾਰਾ ਅੰਡਰ ਟਰਾਇਲ ਹੈ। ਦੂਜੀ ਗੱਲ, ਜਿੱਥੋਂ ਤੱਕ ਪਰਿਵਾਰ ਨੇ ਸਾਡੇ ਕੋਲ ਮੁੱਖ ਮੰਤਰੀ ਜੀ ਕੋਲ ਰਿਕੁਐਸਟ ਕੀਤੀ ਸੀ ਕਿ ਸਿਟਿੰਗ ਜਿਹੜੇ ਹਾਈ ਕੋਰਟ ਦੇ ਮਾਣਯੋਗ ਜੱਜ ਹੈ ਉਹਨਾਂ ਤੋਂ ਕਰਵਾਈ ਜਾਵੇ, ਮੁੱਖ ਮੰਤਰੀ ਜੀ ਨੇ ਉਹਨਾਂ ਨੇ ਉਹਨਾਂ ਨੂੰ ਵੀ ਰੈਫਰ ਕਰਤੀ, ਚਿੱਠੀ ਰਿਕੁਐਸਟ ਕੀਤੀ ਆ। ਉੱਥੋਂ ਅਜੇ ਕਮਿਊਨੀਕੇਟ ਨਹੀਂ, ਉਹ ਮੇਰੀ ਆਫੀਸ਼ੀਅਲੀ ਕਮਿਊਨੀਕੇਟ ਜਦੋਂ ਹੋ ਜੂ ਔਰ ਤੇ ਵੀ। ਲੇਕਿਨ ਵਾਟ ਐਵਰ ਫੈਮਿਲੀ ਜੋ ਚਾਹੂਗੀ, ਪੰਜਾਬ ਸਰਕਾਰ ਹਰ ਤਰੀਕੇ ਨਾਲ ਤਿਆਰ ਹੈ। ਲੇਕਿਨ ਪੰਜਾਬ ਦੀ ਜਿਹੜੀ ਪੰਜਾਬ ਪੁਲਿਸ ਹੈ ਉਹ ਵੀ ਕੰਪੀਟੈਂਟ ਹੈ ਔਰ ਜ਼ਰੂਰ ਇਸ ਨੌਜਵਾਨ ਨੂੰ ਔਰ ਇਹਦੇ ਪਰਿਵਾਰ ਨੂੰ ਮੈਨੂੰ ਲੱਗ ਨਹੀਂ, ਇਹ ਤੇ ਚਲੋ ਜੇ ਪਰਿਵਾਰ ਦੀ ਕੋਈ ਇਹੋ ਜਿਹੀ ਰਿਕੁਐਸਟ ਆਉਂਦੀ ਆ ਤੇ ਉਹਦੇ ਤੇ ਵੀ ਸਰਕਾਰ ਪੋਜ਼ਿਟਿਵਲੀ ਗੌਰ ਕਰੂਗੀ। ਲੇਕਿਨ ਇਹਦਾ ਮਤਲਬ ਇਹ ਨਹੀਂ ਆ ਵੀ ਅਸੀਂ ਆਪਣੀ ਪੰਜਾਬ ਪੁਲਿਸ ਨੂੰ ਰਿਜੈਕਟ ਕਰ ਦਈਏ ਜਾਂ ਪੰਜਾਬ ਪੁਲਿਸ ਨੂੰ ਇਨਕੰਪੀਟੈਂਟ ਹੈ। ਪੰਜਾਬ ਪੁਲਿਸ ਵੀ ਕੰਪੀਟੈਂਟ ਹੈ ਔਰ ਨਹੀਂ ਡੈਫੀਨੇਟਲੀ ਜਿਹੜਾ ਜਿਸ ਤਰੀਕੇ ਨਾਲ ਵੀ ਪਰਿਵਾਰ ਨੂੰ ਨਿਆਂ ਦਿਵਾਇਆ ਜਾ ਸਕਦਾ ਜੇ, ਸੋ ਇਹ ਸਾਡੀ ਜ਼ਿੰਮੇਵਾਰੀ ਵੀ ਹੈ ਔਰ ਪੰਜਾਬ ਦੇ ਲੋਕਾਂ ਦੀ ਮਾਨ ਸਾਹਿਬ ਤੋਂ ਉਮੀਦ ਵੀ ਹੈ ਔਰ ਬੜੀ ਸੰਜੀਦਗੀ ਨਾਲ ਇਹ 'ਤੇ ਸਰਕਾਰ ਕੰਮ ਕਰ ਰਹੀ ਹੈ। ਬਹੁਤ ਚੀਜ਼ਾਂ ਆਇਡੈਂਟੀਫਾਈ ਵੀ ਕਰ ਲਈਆਂ ਗਈਆਂ, ਮੈਂ ਤੁਹਾਨੂੰ ਦੱਸਾਂ ਇਸ ਕੌਨਸੀਕੁਐਂਸ, ਲੇਕਿਨ ਸਾਰੀਆਂ ਚੀਜ਼ਾਂ ਅਜੇ ਆਪਾਂ ਨਹੀਂ ਰੱਖ ਸਕਦੇ ਸਾਹਮਣੇ ਮੀਡੀਆ ਦੇ। ਆਉਣ ਵਾਲੇ ਟਾਈਮ 'ਚ ਮੈਨੂੰ ਲੱਗਦਾ ਬਹੁਤ ਜਲਦੀ ਪਰਦਾ ਫਾਸ਼ ਹੋਊਗਾ। ਸੋ ਅੱਜ ਦਾ ਇਹੀ ਸੀ, ਬਹੁਤ ਬਹੁਤ ਧੰਨਵਾਦ। ਆਪਾਂ ਦੇਖ ਰਹੇ ਪਿਛਲੇ ਕੁਝ ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਕਾਂਗਰਸ ਯੁਕਤ ਹੋ ਰਹੀ ਹੈ। ਹਾਲਾਂਕਿ ਜਦੋਂ ਮੋਦੀ ਸਾਹਿਬ ਸੱਤਾ 'ਚ ਆਏ ਸੀ ਉਦੋਂ ਉਹਨਾਂ ਨੇ ਕਿਹਾ ਸੀ ਅਸੀਂ ਕਾਂਗਰਸ ਮੁਕਤ ਹਿੰਦੁਸਤਾਨ ਨੂੰ ਬਣਾਉਣਾ, ਭਾਰਤ ਨੂੰ ਬਣਾਉਣਾ ਹੈ। ਲੇਕਿਨ ਜਿਹੜਾ ਪਿਛਲੇ 5-4 ਸਾਲ ਦਾ ਟ੍ਰੈਂਡ ਹੈ ਉਹ ਇਹ ਹੋ ਰਿਹਾ ਵੀ ਬੀਜੇਪੀ ਜਿਹੜੀ ਹੈ ਉਹ ਕਾਂਗਰਸ ਯੁਕਤ ਬਣਦੀ ਜਾ ਰਹੀ ਔਰ ਉਸ ਕੜੀ 'ਚ ਕੱਲ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੇ ਪੰਜਾਬ ਕਾਂਗਰਸ ਦਾ ਕੁਛ ਰਿਜੈਕਟਡ ਮਾਲ ਜਿਹੜਾ ਹੈ ਜਾਂ ਰਿਜੈਕਟਡ ਲੀਡਰ ਕਹਿ ਲਓ ਜਾਂ ਈਵਨ ਅਸੀਂ ਤੇ ਇਲੈਕਸ਼ਨ ਤੋਂ ਪਹਿਲਾਂ ਵੀ ਕਿਹਾ ਸੀ ਵੀ ਕਾਂਗਰਸ ਦਾ ਜਿਹੜਾ ਕੂੜਾ ਕਚਰਾ ਹੈ ਉਹਨੂੰ ਭਾਰਤੀ ਜਨਤਾ ਪਾਰਟੀ ਸ਼ਾਮਿਲ ਕਰਵਾਇਆ ਔਰ ਜਿਹੜੇ ਲੋਕ ਸ਼ਾਮਿਲ ਕਰਵਾਏ ਆ ਕੱਲ ਬੀਜੇਪੀ ਨੇ ਕਾਂਗਰਸ ਦੇ ਜਿਹੜੇ ਸਾਬਕਾ ਲੀਡਰ ਜਾਂ ਸਾਬਕਾ ਜਿਹੜੇ ਵਜ਼ੀਰ, ਉਹਨਾਂ ਬਾਰੇ बीजेपी की की राय है, मैं तुहानू उहदे बारे चानना देना है।
कि बीजेपी इन्हां लीडरां बारे की सोचदी सी या की कहंदी सी या किहड़े दावे करदी सी, उस मुद्दे ते ही मैं अज गल करूंगा। कल अमित शाह जी ने कांग्रेस के साबका वजीर सुंदर शाम अरोड़ा जिहड़े MLA रहे और मंत्री रहे, इंडस्ट्री के और कॉमर्स के मिनिस्टर रहे आ, उन्होंने कल बीजेपी ज्वाइन कराई। सुंदर शाम अरोड़ा बारे भारतीय जनता पार्टी के सीनियर लीडर और पंजाब के लोकल बॉडी मिनिस्टर रहे तीक्ष्ण सूद जी, बीजेपी के तीक्ष्ण सूद जी ने यह गल कही और एलीगेशन लाए सी पिछले दिनों कि जिहड़े सुंदर शाम अरोड़ा है उन्होंने इंडस्ट्री और कॉमर्स मिनिस्टर होने के टाइम मोहाली विच इंडस्ट्री डिपार्टमेंट की 31 एकड़ जमीन जिहदी वैल्यू 450 करोड़ रुपए बनती सी, उन्होंने उस कंपनी के नां ते कीता जिस कंपनी च सुंदर शाम अरोड़ा जिहड़े कांग्रेस के साबका वजीर है, जिहड़े हुण बीजेपी ज्वाइन कर गए, उस कंपनी च हिस्सेदार सी। यानी कि बीजेपी के सीनियर लीडर जिस बंदे नूं 450 करोड़ का घपलेबाज मनते हैं, एज ए मिनिस्टर उन्होंने करप्शन की और ते एलीगेशन बीजेपी ने लाए आ। उस अरोड़ा साहब नूं कल होम मिनिस्टर ने जिहड़ा है भारतीय जनता पार्टी ज्वाइन कराया। इसे कड़ी च पंजाब के साबका हैल्थ मिनिस्टर बलवीर सिंह सिद्धू साहब जिहड़े मोहाली तो साबका MLA आ और जिन्हां दा हारन दा मार्जन दुगना इस करके हो गया कि उन्होंने जिहड़े सके भरा मेयर है उन्होंने भी बीजेपी ज्वाइन कर लिया, उन्होंने बहुत सारे करप्शन के चार्जेस आ। बलवीर सिंह सिद्धू साहब बारे भारतीय जनता पार्टी पंजाब की यूनिट ने प्रेस कॉन्फ्रेंस करके कहा सी कि बलवीर सिंह सिद्धू ने एज ए हैल्थ मिनिस्टर जो कोविड के दौरान फतेह किट जी आई सी लोगों को वंडन वास्ते करोड़ों रुपया का घपला किया है, स्कैम किया है, स्कैंडल किया है। बीजेपी की पंजाब लीडरशिप ने प्रेस कॉन्फ्रेंस करके गल कही सी कि बलवीर सिद्धू साहब जिहड़े साबका हैल्थ मिनिस्टर है, कांग्रेस के लीडर जिन्होंने अमित शाह जी ने कल ज्वाइन कराया, उन्होंने 5 करोड़ तो वध गोलियां जड़ियां बजाए सरकारी सेंटरां नूं देण दे प्राइवेट सेंटरां नूं वेचतियां। ये एलीगेशन बीजेपी की स्टेट लीडरशिप की प्रेस कॉन्फ्रेंस से। इसे कड़ी च आपां जाइए, वेरका साहब कांग्रेस जिन्हां ने सारी उम्र लाई, MLA भी रहे आ, SC कमीशन के चेयरमैन भी रहे आ। राजकुमार वेरका जी नूं मेरा सवाल है कि वेरका साहब तुसी थोड़े दिन पहला कह रहे सी कि देश के प्रधानमंत्री मानयोग नरेंद्र मोदी एंटी दलित हैं। वेरका साहब जिहड़े साबका कांग्रेस के लीडर सी जिन्होंने अमित शाह जी ने कल ज्वाइन कराया, उन्हों की यह स्टेटमेंट है कुछ दिन पहला कि मोदी साहब अंबेडकर साहब की विचारधारा के भी खिलाफ है और मोदी साहब दलित भाईचारे के भी खिलाफ है। बीजेपी की पूरी जी आइडियोलॉजी है वो एंटी दलित है, ये इन्हां दा किरदार है। इसे कड़ी च मैं तुहानूं दसना चाहुंदा सारे साथियों नूं, गुरप्रीत सिंह कांगड़ जिहड़े पावर मिनिस्टर रहे पिछली सरकार च कैप्टन अमरिंदर सिंह के टाइम, जिन्हां ने कल अमित शाह जी की मौजूदगी च भारतीय जनता पार्टी का दामन फड़िया। गुरप्रीत सिंह कांगड़ ने अपने जवाई नूं नियमां नूं ताक ते रखते हुए सारियां रूल एंड रेगुलेशन गाइडलाइन की वायलेशन करते हुए कैप्टन अमरिंदर सिंह ने इन्हां दे जवाई नूं नौकरी दित्ती सी ते भारतीय जनता पार्टी ते कहंदी असीं नैपोटिज्म, असीं परिवारवाद के खिलाफ है। ये तुहाडा चेहरा है, ये तुहाडी असलियत है। ये लोकां दा जिहड़ा दोगला किरदार है, जिहड़ा डबल स्टैंडर्ड है, वो पंजाब के लोगों के सामने है। पहला ये लोगों ने इन्हां लोगों ते बीजेपी एलीगेशन ला रही है, लगातार ला रही है। कैप्टन अमरिंदर सिंह नूं
ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਨੌਕਰੀਆਂ ਦੇਣ 'ਚ ਨਿਯਮਾਂ ਨੂੰ ਤਾਕ ਤੇ ਰੱਖ ਕੇ, ਜਿਹਦੇ 'ਚ ਜਿਹੜੀ ਇੱਕ ਇਨਕਮ ਬੇਸਿਕ ਹੁੰਦੀ ਉਹ ਵੀ ਉਸ ਤੋਂ ਵੱਧ ਸੀ ਉਹਨਾਂ ਦੇ ਜਵਾਈ ਦੀ। ਟਾਈਮ ਵੀ ਗੁਜ਼ਰ ਚੁੱਕਿਆ ਸੀ ਜਿਹੜਾ ਨੌਕਰੀ ਦੇਣ ਦਾ, ਕੰਪੋਜ਼ੀਸ਼ਨੇਟ ਗਰਾਊਂਡ ਤੇ ਨੌਕਰੀ ਦੇਣੀ ਸੀ। ਸੋ ਇਸ ਤਰੀਕੇ ਨਾਲ ਇਹੋ ਜਿਹੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਕਾਂਗਰਸ ਦਾ ਕਚਰਾ ਉਹਨੂੰ ਕੱਲ ਜੁਆਇਨ ਕਰਵਾਇਆ। ਲੇਕਿਨ ਪੰਜਾਬ ਦੇ ਲੋਕ ਜਾਣਦੇ ਆ ਕਿ ਇਸੇ ਤਰੀਕੇ ਨਾਲ ਜਿਹੜੇ ਫਤਿਹ ਜੰਗ ਬਾਜਵਾ ਹੈ ਪੁਰਾਣੇ ਬੀਜੇਪੀ ਦੇ ਹੋ ਗਏ, ਜਿਨ੍ਹਾਂ ਨੇ ਬੀਜੇਪੀ ਵੱਲੋਂ ਲੀਡਰ MLA ਦੀ ਇਲੈਕਸ਼ਨ ਲੜੀ ਆ, ਫਤਿਹ ਬਾਜਵਾ ਸਾਹਿਬ ਦੇ ਖਿਲਾਫ ਵੀ ਐਲੀਗੇਸ਼ਨ ਸੀ ਕਿ ਉਹਨਾਂ ਨੇ ਆਪਣੇ ਬੇਟੇ ਨੂੰ DSP ਦੀ ਨੌਕਰੀ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਵਾਇਲੇਸ਼ਨ ਆਫ ਰੂਲ ਤੋਂ ਕਰਦੇ ਹੋਏ, ਗਾਈਡਲਾਈਨਾਂ ਨੂੰ ਵਾਇਲੇਟ ਕਰਦੇ ਹੋਏ ਫਤਿਹ ਸਿੰਘ ਬਾਜਵਾ ਦੀ ਇਸ ਤਰੀਕੇ ਦੀ ਅਸਲੀਅਤ ਹੈ। ਇਹ ਲੋਕ ਜਿਹੜੇ ਆ ਜਿਨ੍ਹਾਂ ਨੇ ਕੱਲ ਕਾਂਗਰਸ ਤੋਂ ਭਾਜਪਾ ਵੱਲ ਮੋੜਿਆ, ਇਹ ਪਹਿਲਾਂ ਸੱਤਾ ਦੇ ਲਾਲਚੀ ਹੈ, ਸੱਤਾ ਦੇ ਨੇੜੇ ਰਹਿਣ ਦੀ ਇਹਨਾਂ ਦੀ ਆਦਤ ਹੈ, ਪੰਜਾਬ ਨੂੰ ਲੁੱਟ ਖਸੁੱਟ ਦੇ ਇਹਨਾਂ ਤੇ ਦੋਸ਼ ਹੈ। ਲੇਕਿਨ ਇਹ ਨਾ ਸੋਚਣ ਕਿ ਇਹ ਬਚ ਜਾਣਗੇ। ਜਿਸ ਬੰਦੇ ਨੇ ਪੰਜਾਬ ਦੀ ਲੁੱਟ ਖਸੁੱਟ ਕੀਤੀ ਆ, ਜਿਹੜੇ ਬੰਦੇ ਨੇ ਪੰਜਾਬ ਦੇ ਆਉਣ ਵਾਲੇ ਜਨਰੇਸ਼ਨ ਦਾ ਭਵਿੱਖ ਜਿਹੜਾ ਡਾਰਕ ਕੀਤਾ, ਭਵਿੱਖ ਖਰਾਬ ਕੀਤਾ, ਜਿਹੜੇ ਕਾਂਗਰਸ ਦੀ ਸੱਤਾ 'ਚ ਵੀ ਰਹਿ ਕੇ ਉਹ ਅੱਜ ਜਿਸ ਤਰੀਕੇ ਨਾਲ ਇਹ ਕਚਰਾ ਬੀਜੇਪੀ 'ਚ ਗਿਆ, ਮੇਰਾ ਬੀਜੇਪੀ ਨੂੰ ਵੀ ਸਵਾਲ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆਈਡੀਓਲੋਜੀ ਦੀ ਗੱਲ ਕਰਦੀ ਆ, ਵਿਚਾਰ ਦੀ ਗੱਲ ਕਰਦੀ ਆ, ਕਿ ਤੁਹਾਡੇ ਕੋਲ ਪੰਜਾਬ 'ਚ ਕੋਈ ਲੀਡਰਸ਼ਿਪ ਪੈਦਾ ਹੀ ਨਹੀਂ ਹੋ ਪਾਈ ਇੰਨੇ ਸਾਲਾਂ 'ਚ, ਜਾਂ ਤੁਹਾਡੀ ਪੰਜਾਬ ਦੀ ਜਿਹੜੀ ਲੀਡਰਸ਼ਿਪ ਉਹ ਇੰਨੀ ਕੰਪੀਟੈਂਟ ਹੀ ਨਹੀਂ ਹੈ ਕਿ ਤੁਹਾਨੂੰ ਜਿਹੜਾ ਕਾਂਗਰਸ ਦਾ ਕਚਰਾ ਜਿਹੜਾ ਹੈ ਉਹ ਬੀਜੇਪੀ 'ਚ ਲਿਆਉਣਾ ਪੈ ਗਿਆ। ਔਰ ਬੀਜੇਪੀ ਕੋ ਐਸੀ ਕਿਹੜੀ ਮਸ਼ੀਨ ਹੈ, ਮੇਰਾ ਅਮਿਤ ਸ਼ਾਹ ਜੀ ਨੂੰ ਸਵਾਲ ਹੈ, ਮੋਦੀ ਸਾਹਿਬ ਦੀ ਸਰਕਾਰ ਨੂੰ ਸਵਾਲ ਹੈ ਕਿ ਤੁਹਾਡੇ ਕੋਲ ਐਸੀ ਮਸ਼ੀਨ ਹੈ ਕਿ ਜਿਹੜਾ ਡਿਫਾਲਟਰ ਬੰਦਾ ਹੁੰਦਾ, ਜਿਹੜਾ ਜਿੱਤੇ ਦੋਸ਼ ਲੱਗਦੇ ਆ, ਕਰਪਸ਼ਨ ਦੇ ਲੱਗਦੇ ਆ, ਇਰੈਗੂਲਰਿਟੀਜ਼ ਦੇ ਲੱਗਦੇ ਆ, ਉਹਨਾਂ ਨੂੰ ਤੁਸੀਂ ਆਪਣੇ ਵੱਲ ਲਿਆ ਕੇ ਕਿਹੜੀ ਦਵਾਈ ਪਿਉਨੇ ਹੋ, ਕਿਹੜੀ ਘੁੱਟੀ ਪਿਉਨੇ ਹੋ ਕਿ ਉਹ ਸਾਫ਼ ਹੋ ਜਾਂਦੇ ਆ। ਸੋ ਪੰਜਾਬ ਦੇ ਲੋਕ ਜਾਣਦੇ ਆ, ਪੰਜਾਬ ਦੇ ਲੋਕ ਇਹਨਾਂ ਲੋਕਾਂ ਦੀ ਅਸਲੀਅਤ ਵੀ ਜਾਣਦੇ ਆ। ਇਹ ਪੰਜਾਬ ਦੇ ਲੋਕਾਂ ਨੂੰ ਬੁੱਧੂ ਸਮਝਦੇ ਆ ਤੁਸੀਂ ਕਿ ਇੱਧਰੋਂ ਨਹੀਂ ਤੇ ਇੱਧਰ ਪਾਲਾ ਮਾਰ ਕੇ ਤੇ ਅਸੀਂ ਬਚ ਜਾਾਂਗੇ। ਇਹ ਕੰਮ ਪੰਜਾਬ 'ਚ ਨਹੀਂ ਜੋ ਹੋਣਾ। ਤੁਹਾਡੀ ਅਸਲੀਅਤ ਪੰਜਾਬ ਦੇ ਸਾਹਮਣੇ ਆ, ਔਰ ਇਹ ਲੋਕਾਂ ਨੂੰ ਵੀ ਆਉਣ ਵਾਲੇ ਟਾਈਮ 'ਚ ਪੰਜਾਬ ਦੇ ਲੋਕਾਂ ਨੇ ਰਿਜੈਕਟ ਕਰਨਾ। ਬੇਸਿਕਲੀ ਆਲਰੇਡੀ ਰਿਜੈਕਟਡ ਮਾਲ ਹੈ। 2022 'ਚ ਸਾਰੇ ਰਿਜੈਕਟ ਸੀ ਪੰਜਾਬ ਦੇ ਲੋਕਾਂ ਦੁਆਰਾ। ਲੇਕਿਨ ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ, ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਪੰਜਾਬ ਦੇ ਲੋਕ ਇਹਨਾਂ ਨੂੰ ਆਉਣ ਵਾਲੇ ਟਾਈਮ 'ਚ ਵੀ ਸਬਕ ਸਿਖਾਉਣਗੇ। ਅੱਜ ਦਾ ਜਿਹੜਾ ਮੁੱਦਾ ਸੀ ਉਹ ਇਹੀ ਸੀ। ਤੁਹਾਡਾ ਕੋਈ ਸਵਾਲ ਹੋਵੇ ਤਾਂ ਕਰ ਸਕਦੇ ਹੋ। पंजाबी पॉलिटिक्स में इसमें सबसे पड़ेगा कि कहीं ना कहीं बीजेपी कांग्रेस को खत्म करने को तो आपको आम आदमी को एक्स्ट्रा बूस्टर मिल सकता है। देखो, जिस तरीके नाल मुल्क च, हिंदी में बोलूं, जिस तरीके से देश में मोदी साहब की तानाशाही वाली सरकार काम कर रही है, जिस तरीके से रोजाना संविधान के परखच्चे उड़ाए जा रहे हैं, वायलेशन किया जा रहा है, आज देश के लोगों को एक ही पार्टी से उम्मीद है और एक ही लीडर से उम्मीद है, वो है आम आदमी पार्टी और अरविंद केजरीवाल जी। आज देश के लोगों के सामने एक ऑप्शन बची है, क्योंकि कांग्रेस जो है वो पूरी तरह से ख़त्म हो चुकी है। कांग्रेस की लीडरशिप की क्रेडिबिलिटी कोई नहीं रही। तो इसमें कोई दो राय नहीं है। आने वाले समय में देश के पास एक सबसे अच्छी ऑप्शन आम आदमी पार्टी, और देश को अगवाई अगर कोई दे सकता है इन तानाशाही शक्तियों के खिलाफ तो अरविंद केजरीवाल जी। सर, अमित शाह कह रहे हैं कि बीजेपी को प्ले बिग रोल इन पंजाब पॉलिटिक्स विल इमर्ज एज लार्जेस्ट पार्टी स्टेट इन 2024। सॉरी, अमित शाह का बयान है कि बीजेपी को प्ले बिग रोल इन पंजाब पॉलिटिक्स विल इमर्ज एज लार्जेस्ट पार्टी इन स्टेट इन 2024। मैंने बीजेपी के लीडर्स के बयान ही आपको बताए हैं जिनको अमित शाह जी ने कल ज्वाइन करवाया। तो अब यहाँ तो अमित शाह जी कहते हैं कि हमारे जो लीडर्स के बयान थे इन्हीं के बारे में, जो कल रिजेक्टेड माल गया है
भाजपा में कांग्रेस का, तो उसके बारे में वो खुल के बता दें। दूसरा, क्या बीजेपी पंजाब में इतने सालों से जो काम कर रही है उसकी वर्कर कॉम्पिटेंट नहीं है? तो इनको जो रिजेक्टेड लोगों के ये जो गेम है इसके पीछे, ये सारा पंजाब जानता है। ये सच्चाई भी आएगी, इन लोगों ने क्या क्या पंजाब के साथ धोखे किए हैं, वो सारी चीज़ें भी पंजाब के लोग समझते हैं।